ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਾਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਇਹ ਗੁਰਮਤ ਦਾ ਸਿਧਾਂਤ ਹੈ। ਲੋਕੀ ਪੁੱਛਦੇ ਨੇ ਰੱਬ ਕਿੱਥੇ ਹੈ, ਪਰ ਸਤਿਗੁਰੂ ਕਹਿੰਦੇ ਨੇ ਹੈ ਕਿੱਥੇ ਨਹੀਂ, ਉਹ ਸਭ ਥਾਵਾਂ ਤੇ ਹੈ। ਜਮੀ ਤੁਹੀ ਜਮਾ ਤੁਹੀ, ਮਕੀ ਤੁਹੀ ਮਕਾਂ ਤੁਹੀ, ਉਹ ਤੇ ਸਭ ਥਾਵਾਂ ਤੇ ਵਸ ਰਿਹਾ ਹੈ। ਊਣ ਨਾ ਕਾਈ ਜਾਏ, ਉਸ ਤੋਂ ਬਿਨਾਂ ਖਾਲੀ ਕੋਈ ਵੀ ਜਗ੍ਹਾ ਨਹੀਂ ਹੈ। ਨਾਨਕ ਲੱਦਾ ਤਿਨ ਸੁਆਓ, ਜਿਨ੍ਹਾਂ ਸਤਿਗੁਰ ਭੇਟਿਆ। ਲੋ ਹਜ਼ੂਰ ਕਹਿੰਦੇ ਨੇ ਅਸਲੀ ਜੀਵਨ ਦਾ ਆਨੰਦ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਨਾਨਕ ਲੱਦਾ ਤਿਨ ਸੁਆਓ। ਅਸਲੀ ਜੀਵਨ ਦਾ ਸੁਆਓ ਦਾ ਅਰਥ ਹੈ ਸਵਾਦ, ਅਸਲੀ ਜੀਵਨ ਦਾ ਆਨੰਦ, ਅਸਲੀ ਜ਼ਿੰਦਗੀ ਦਾ ਲੁਤਫ ਉਹਨਾਂ ਨੂੰ ਹੀ ਲੱਭਿਆ ਹੈ ਜਿਨ੍ਹਾਂ ਸਤਿਗੁਰ ਭੇਟਿਆ, ਜਿਨ੍ਹਾਂ ਨੂੰ ਸੱਚਾ ਸਤਿਗੁਰੂ ਮਿਲ ਗਿਆ ਹੈ। ਇਹਦਾ ਮਤਲਬ ਇਹ ਹੈ, ਜੇ ਕਿਸੇ ਮਨੁੱਖ ਨੇ ਜੀਵਨ ਦਾ ਅਸਲੀ ਆਨੰਦ, ਅਸਲੀ ਸਵਾਦ ਪ੍ਰਾਪਤ ਕਰਨਾ ਹੈ ਤੇ ਫਿਰ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਗੁਰੂ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰ ਲਵੇ, ਗੁਰੂ ਨੂੰ ਤਨ ਮਨ ਧਨ ਅਰਪਣ ਕਰ ਦੇਵੇ ਤੇ ਗੁਰੂ ਦੀ ਆਗਿਆ ਮੰਨੇ, ਤੇ ਫਿਰ ਉਹਨੂੰ ਅਸਲੀ ਜੀਵਨ ਦਾ ਆਨੰਦ, ਅਸਲੀ ਜੀਵਨ ਦਾ ਸਵਾਦ ਪ੍ਰਾਪਤ ਹੋ ਸਕਦਾ ਹੈ। ਮਹੱਲਾ ਪੰਜਵਾਂ। ਦਾਮਨੇ ਚਮਤਕਾਰ, ਤਿਉ ਵਰਤਾਰਾ ਜਗ ਖੈ। ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਦੁਨੀਆ ਦੇ ਵਿੱਚ ਪਦਾਰਥਾਂ ਦਾ, ਮਾਇਆ ਦਾ ਵੀ ਬੜਾ ਜ਼ੋਰ ਹੈ। ਹੁਣ ਖਾਸ ਕਰਕੇ ਇਸ ਕਲਯੁਗ ਦੇ ਵਿੱਚ ਮਾਇਆ ਦਾ ਤੇ ਪਦਾਰਥਵਾਦ ਦਾ ਬਹੁਤ ਜ਼ੋਰ ਹੈ। ਪਰਮਾਰਥ ਦੀ ਗੱਲ ਕੋਈ ਵਿਰਲਾ ਕਰਦਾ ਹੈ, ਪਦਾਰਥ ਦੀ ਗੱਲ ਹਰ ਮਨੁੱਖ ਦੀ ਜ਼ੁਬਾਨ ਤੇ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕਰਦੀਆਂ ਹਨ। ਗੁਰਮੁਖੋ ਦਾਮਨੀ ਚਮਤਕਾਰ, ਆ ਜੋ ਸੰਸਾਰ ਦੇ ਵਿੱਚ ਮਾਇਆ ਦੇ ਦ੍ਰਿਸ਼ ਸਾਨੂੰ ਦਿਖਾਈ ਦੇ ਰਹੇ ਨੇ, ਦਾਮਨੀ ਚਮਤਕਾਰ। ਦਾਮਨੀ ਦਾ ਅਰਥ ਹੈ ਬਿਜਲੀ, ਜਿਹੜੀ ਅਸਮਾਨੀ ਬਿਜਲੀ ਦੇ ਇਹ ਚਮਕਾਰੇ ਵਾਂਗ ਨੇ। ਦਾਮਨੀ ਚਮਤਕਾਰ ਇਹ ਅਸਮਾਨੀ ਬਿਜਲੀ ਦੇ ਲਿਸ਼ਕਾਰੇ ਵਾਂਗ ਨੇ। ਤਿਉ ਵਰਤਾਰਾ ਜਗ ਖੇ, ਜਿਵੇਂ ਆਕਾਸ਼ ਦੇ ਵਿੱਚ ਬਿਜਲੀ ਚਮਕਦੀ ਹੈ, ਤਿਉ ਵਰਤਾਰਾ ਜਗ ਖੇ, ਇਸੇ ਤਰ੍ਹਾਂ ਜਗ ਵਿਖੇ ਇਹ ਮਾਇਆ ਦਾ ਵਰਤਾਰਾ ਵਰਤ ਰਿਹਾ ਹੈ। ਇਹਦਾ ਮਤਲਬ ਇਹ ਹੈ, ਜਿਹੜੀ ਮਾਇਆ ਦੀ ਜਿਹੜੀ ਸ਼ਕਤੀ ਹੈ, ਇੱਕ ਵਾਰੀ ਤੇ ਮਨੁੱਖ ਦੀਆਂ ਅੱਖਾਂ ਨੂੰ ਝੁੰਧਿਆ ਦਿੰਦੀ ਹੈ। ਜਿਵੇਂ ਅਸਮਾਨੀ ਬਿਜਲੀ ਜਦੋਂ ਇੱਕ ਵਾਰੀ ਚਮਕਦੀ ਹੈ ਨਾ, ਤੇ ਅੱਖਾਂ ਝੁੰਧਿਆ ਜਾਂਦੀਆਂ, ਇਸੇ ਤਰ੍ਹਾਂ ਮਾਇਆ ਦਾ ਵਰਤਾਰਾ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਜਿਸ ਕੋਲ ਇਹ ਮਾਇਆ ਆਉਂਦੀ ਹੈ ਤੇ ਹੜ੍ਹ ਦੇ ਪਾਣੀ ਵਾਂਗੂ ਵਧੇਰੇ ਆਉਂਦੀ ਹੈ, ਤੇ ਫਿਰ ਮਨੁੱਖ ਦੀਆਂ ਅੱਖਾਂ ਝੁੰਧਿਆ ਜਾਂਦੀਆਂ ਨੇ। ਮਾਇਆ ਧਾਰੀ ਅਤ ਅੰਨਾ ਭੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਬਿਜਲੀ ਦਾ ਚਮਕਾਰਾ ਬਹੁਤੀ ਦੇਰ ਨਹੀਂ ਹੁੰਦਾ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇਹ ਜਿਹੜੀ ਮਾਇਆ ਹੈ, ਸਤਿਗੁਰੂ ਕਹਿੰਦੇ ਨੇ ਇਹ ਵੀ ਛਲ ਰੂਪ ਹੈ, ਇਹ ਵੀ ਇੱਕ ਧੋਖੇਬਾਜ਼ ਮਿੱਤਰ ਹੈ। ਹਜ਼ੂਰ ਨੇ 3 ਉਦਾਹਰਨਾਂ ਦਿੱਤੀਆਂ ਹਨ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਜਿਵੇਂ ਕੱਖਾਂ ਦੀ ਅੱਗ ਬਹੁਤੀ ਦੇਰ ਨਹੀਂ ਬਲਦੀ। ਮੇਘ ਕੀ ਛਾਇਆ, ਬੱਦਲਾਂ ਦੀ ਛਾਂ ਵੀ ਬਹੁਤਾ ਚਿਰ ਨਹੀਂ ਟਿਕਦੀ, ਤੇ ਹੜ੍ਹ ਦਾ ਪਾਣੀ ਵੀ ਬਹੁਤੀ ਦੇਰ ਨਹੀਂ ਖਲੋਂਦਾ। ਇਹ ਤਿੰਨੇ ਹੀ ਚੀਜ਼ਾਂ ਇੱਕਦਮ ਆਉਂਦੀਆਂ ਨੇ ਤੇ ਆਪਣਾ ਚਮਤਕਾਰ ਦਿਖਾ ਕੇ ਆਲੋਪ ਹੋ ਜਾਂਦੀਆਂ ਨੇ। ਇਹੀ ਸੁਭਾਅ ਮਾਇਆ ਦਾ ਹੈ। ਇੱਥੇ ਸਤਿਗੁਰੂ ਨੇ ਬਿਜਲੀ ਦਾ ਦ੍ਰਿਸ਼ਟਾਂਤ ਦਿੱਤਾ, ਦਾਮਨੀ ਚਮਤਕਾਰ। ਜਿਵੇਂ ਬਿਜਲੀ ਦਾ ਚਮਤਕਾਰ ਹੁੰਦਾ, ਅਸਮਾਨੀ ਬਿਜਲੀ ਲਿਸ਼ਕਦੀ ਹੈ, ਇਸੇ ਤਰ੍ਹਾਂ ਸੰਸਾਰ ਦੇ ਵਿੱਚ
ਮਾਇਆ ਦੀ ਚਮਕ ਦਮਕ ਹੈ, ਮਾਇਆ ਦਾ ਵਰਤਾਰਾ ਵਰਤ ਰਿਹਾ ਹੈ। ਵਤ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਤਣੀ। ਲੋ ਹਜ਼ੂਰ ਕਹਿੰਦੇ ਨੇ ਵਤ ਸੁਹਾਵੀ ਸਾਏ, ਅਸਲੀ ਵੀ ਸੁਹਾਵਣੀ ਵਸਤੂ ਉਹ ਹੈ। ਸੁਹਾਵਣੀ ਦਾ ਅਰਥ ਹੈ ਸੋਭਨੀਕ ਤੇ ਹਮੇਸ਼ਾ ਰਹਿਣ ਵਾਲੀ ਤੇ ਲੋਕ ਪ੍ਰਲੋਕ ਵਿੱਚ ਨਾਲ ਨਿਭਣ ਵਾਲੀ ਵਸਤੂ ਉਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੇ। ਮਾਇਆ ਤੇ ਹੜ ਦੇ ਪਾਣੀ ਵਾਂਗੂ ਹੈ, ਆਈ ਤੇ ਚਲੀ ਗਈ। ਇਹ ਮਾਇਆ ਤੇ ਬਿਜਲੀ ਦਾ ਲਿਸ਼ਕਾਰਾ ਹੈ, ਇੱਕ ਵਾਰੀ ਚਮਕਦੀ ਹੈ ਤੇ ਫਿਰ ਹਨੇਰਾ ਅੱਖਾਂ ਮੂਹਰੇ ਆ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਇੱਕ ਇਹੋ ਜਿਹੀ ਵਸਤੂ ਵੀ ਹੈ ਜਿਹੜੀ ਬੜੀ ਸੁਹਾਵਣੀ ਵਸਤੂ ਹੈ, ਜਿਹੜੀ ਤੁਹਾਡੇ ਨਾਲ ਨਿਭਣ ਵਾਲੀ ਹੈ, ਉਹ ਹੈ ਵਾਹਿਗੁਰੂ ਦਾ ਨਾਮ। ਨਾਨਕ ਨਾਉ ਜਪੰਦੋ ਤਿਸ ਧਣੀ। ਜਿਹੜੇ ਗੁਰਸਿੱਖ ਮਾਈ ਭਾਈ ਉਸ ਧਣੀ ਦੀਨ ਦੁਨੀਆ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ, ਬਈ ਉਹ ਨਾਮ ਤੇ ਉਹ ਨਾਮ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਉਹ ਹਮੇਸ਼ਾ ਲਈ ਤੁਹਾਡੇ ਨਾਲ ਨਿਭਦੇ ਹਨ। ਪੌੜੀ ਸਿਮਰਤ ਸ਼ਾਸਤਰ ਸੋਧ ਸਭ, ਕਿਨੈ ਕੀਮ ਨ ਜਾਣੀ। ਲਓ ਹੁਣ ਪੌੜੀ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਜੀਵਨ ਸਫਲਤਾ ਦਾ ਵੀ ਕੋਈ ਉਪਦੇਸ਼ ਦਿਓ। ਲਓ ਹਜ਼ੂਰ ਕਹਿੰਦੇ ਨੇ ਸਿਮਰਤ ਸ਼ਾਸਤਰ ਸੋਧ ਸਭ। ਇਹ ਹਿੰਦੂ ਮਤ ਦੇ ਧਰਮ ਗ੍ਰੰਥ ਨੇ 27 ਸਿਮਰਤੀਆਂ ਤੇ ਸ਼ਾਸਤਰ ਖਟ ਸ਼ਾਸਤਰ, ਜੋਤਿਸ਼, ਪਿੰਗਲ, ਵਿਦਾਂਤ ਆਦਿਕ। ਅਸੀਂ ਇਹਨਾਂ ਸਾਰਿਆਂ ਨੂੰ ਸੋਧ ਕੇ ਵੇਖਿਆ, ਕਿਨੈ ਕੀਮ ਨਾ ਜਾਣੀ, ਪਰ ਅਸਲੀ ਕਿਸੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਮਤ ਨਹੀਂ ਜਾਣੀ। ਭਾਵ ਜਿਹੜੇ ਸਿਮਰਤੀਆਂ ਰਚਨ ਵਾਲੇ ਵਿਦਵਾਨ ਨੇ ਤੇ ਧਰਮ ਗ੍ਰੰਥਾਂ ਦੀ ਸਿਰਜਣਾ ਕਰਨ ਵਾਲੇ ਮਹਾਨ ਧਾਰਮਿਕ ਆਚਾਰੀਆਂ ਨੇ, ਅਸੀਂ ਇਹਨਾਂ ਧਰਮ ਗ੍ਰੰਥਾਂ ਨੂੰ ਸੋਧ ਕੇ, ਘੋਖ ਕੇ, ਵਿਚਾਰ ਕੇ, ਪੜਤਾਲ ਕੇ ਦੇਖ ਲਿਆ ਹੈ, ਪਰ ਇਹਨਾਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਹੀ ਪਾ ਛੱਡਿਆ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਇਹਨਾਂ ਵਿੱਚ ਨਾਮ ਦੀ ਗੱਲ ਨਹੀਂ ਹੈ। ਅਸੀਂ ਦੇ ਸਿਮਰਤੀਆਂ ਸ਼ਾਸਤਰਾਂ ਨੂੰ ਸੋਧ ਕੇ ਦੇਖ ਲਿਆ, ਪਰ ਕਿਸੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨੂੰ ਜਾਣਿਆ ਹੀ ਨਹੀਂ ਹੈ। ਜੋ ਜਨ ਭੇਟੈ ਸਾਧ ਸੰਗ, ਸੋ ਹਰ ਰੰਗ ਮਾਣੀ। ਲੋ ਅਸਲੀ ਗੱਲ ਇਹ ਹੈ, ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹ ਕੇ ਗੱਲ ਨਹੀਂ ਬਣਦੀ। ਜੋ ਜਨ ਭੇਟੈ ਸਾਧ ਸੰਗ, ਜੋ ਜਨ ਗੁਰਸਿੱਖ ਮਾਈ ਭਾਈ ਸਾਧ ਸੰਗਤ ਦੇ ਵਿੱਚ ਆ ਕੇ ਮਿਲਦਾ ਹੈ, ਭਾਵ ਗੁਰੂ ਦੀ ਨਿੱਘੀ ਗੋਦ ਵਿੱਚ ਸਤਸੰਗਤ ਵਿੱਚ ਆ ਕੇ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ, ਸੋ ਹਰ ਰੰਗ ਮਾਣੀ। ਉਹ ਅਸਲੀ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣ ਸਕਦਾ ਹੈ। ਭਾਵ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਂਦਾ ਹੈ, ਸਤਿਗੁਰੂ ਦਰਗਾਹੀ ਵਿਚੋਲਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਾਸੀਠ। ਹਰ ਨਾਮੋ ਮੰਤਰ ਦ੍ਰਿੜਾਈਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ। ਹਜ਼ੂਰ ਕਹਿੰਦੇ ਨੇ ਜੋ ਜਨ ਗੁਰਮੁਖ ਪਿਆਰਾ ਸਾਧ ਸੰਗ ਗੁਰੂ ਦੀ ਸੰਗਤ ਵਿੱਚ ਆ ਕੇ ਮਿਲ ਜਾਂਦਾ ਹੈ, ਗੁਰੂ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ, ਸੋ ਹਰ ਰੰਗ ਮਾਣੀ ਉਹਨੂੰ ਪਰਮੇਸ਼ਰ ਮਿਲ ਜਾਂਦਾ ਹੈ। ਉਸ ਵਾਹਿਗੁਰੂ ਦੇ ਮਿਲਾਪ ਦੇ ਆਨੰਦ ਨੂੰ ਮਾਣਦਾ ਹੈ। ਸਚ ਨਾਮ ਕਰਤਾ ਪੁਰਖ, ਇਹ ਰਤਨਾ ਖਾਣੀ। ਲੋ ਹਜ਼ੂਰ ਕਹਿੰਦੇ ਨੇ ਭਾਈ ਜੋ ਸਤਨਾਮ ਵਾਹਿਗੁਰੂ ਹੈ, ਅਥਵਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਇਹ ਜੋ ਸਮੂਹ ਨਾਵਾਂ ਦੇ ਨਾਲ ਸਜਿਆ ਹੋਇਆ ਗੁਲਦਸਤਾ ਮੂਲ ਮੰਤਰ ਹੈ, ਇਹ ਰਤਨਾ ਖਾਣੀ। ਇਹ ਭਾਈ ਰਤਨਾ ਦਾ ਖਜ਼ਾਨਾ ਹੈ, ਇਹ ਹੀਰੇ ਮੋਤੀਆਂ ਦਾ ਖਜ਼ਾਨਾ ਹੈ। ਤੁਸੀਂ ਵਾਹਿਗੁਰੂ ਮੰਤਰ ਦਾ ਸਿਮਰਨ ਕਰੋ, ਮੂਲ ਮੰਤਰ ਦਾ ਜਾਪ ਤੇ ਅਭਿਆਸ ਕਰੋ, ਇਹ ਰਤਨਾ ਦੀ ਖਾਣ ਹੈ। ਭਾਵ ਇਹ ਬੜਾ ਅਮੋਲਕ ਖਜ਼ਾਨਾ ਹੈ। ਤੁਸੀਂ ਮੂਲ ਮੰਤਰ
ਗੁਰ ਮੰਤਰ ਦਾ ਜਾਪ ਅਭਿਆਸ ਸਿਮਰਨ ਕਰਕੇ ਜੋ ਵੀ ਲੈਣਾ ਚਾਹੋ ਉਹ ਮਿਲ ਸਕਦਾ ਹੈ। ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਗੁਰਮੁਖੋ ਮਸਤਕ ਹੋਵੇ ਲਿਖਿਆ, ਜਿਹਦੇ ਮੱਥੇ ਉੱਤੇ ਕੋਈ ਸ਼ੁਭ ਭਾਗ ਸ਼ੁਭ ਕਰਮ ਲਿਖਿਆ ਹੋਵੇ, ਹਰ ਸਿਮਰ ਪ੍ਰਾਣੀ, ਉਹੀ ਪ੍ਰਾਣੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਕਿਉਂਕਿ ਪਹਿਲੀ ਗੱਲ ਤਾਂ ਸਤਿਗੁਰੂ ਨੇ ਲਿਖੀ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾਂ ਭਾਗਾਂ ਤੋਂ ਸੰਗਤ ਨਹੀਂ ਮਿਲਦੀ। ਫਿਰ ਦਰਸ਼ਨ ਕੋ ਲੋਚੈ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ। ਗੁਰੂ ਦਾ ਦੀਦਾਰ ਵੀ ਪੂਰੇ ਭਾਗਾਂ ਤੋਂ ਬਿਨਾਂ ਨਹੀਂ ਮਿਲਦਾ। ਤੇ ਜਿਹੜਾ ਭਾਈ ਵੱਡਿਆਂ ਭਾਗਾਂ ਵਾਲਾ ਸਤ ਸੰਗਤ ਵਿੱਚ ਆ ਜਾਂਦਾ ਹੈ, ਗੁਰੂ ਦੇ ਚਰਨ ਫੜ ਲੈਂਦਾ ਹੈ, ਫਿਰ ਉਹਦੇ ਉੱਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ। ਮਸਤਕ ਹੋਵੇ ਲਿਖਿਆ, ਜਿਹਦੇ ਮੱਥੇ ਤੇ ਸ਼ੁਭ ਕਰਮ ਲਿਖਿਆ ਹੁੰਦਾ ਹੈ, ਉਹ ਸਤ ਸੰਗਤ ਵਿੱਚ ਆ ਜਾਂਦਾ ਹੈ, ਗੁਰੂ ਦੀ ਸਿੱਖੀ ਨੂੰ ਧਾਰਨ ਕਰ ਲੈਂਦਾ ਹੈ, ਤੇ ਫਿਰ ਉਹੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਤੋਸਾ ਦਿਚੈ ਸਚ ਨਾਮ ਨਾਨਕ ਮਹਿਮਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਨਾਨਕ ਮਹਿਮਾਣੀ, ਅਸੀਂ ਤਾਂ ਮਹਿਮਾਨ ਹਾਂ, ਅਸੀਂ ਤਾਂ ਪ੍ਰਾਹੁਣੇ ਹਾਂ। ਹੁਣ ਕਿਸੇ ਦੇ ਘਰ ਕੋਈ ਪ੍ਰਾਹੁਣਾ ਆ ਜਾਵੇ ਨਾ, ਤੇ ਫਿਰ ਉਹਦੀ ਬੜੀ ਆਓ ਭਗਤ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ, ਤੋਸਾ ਦਿਚੈ ਸਚ ਨਾਮ, ਹੇ ਵਾਹਿਗੁਰੂ ਜੀ, ਮੈਂ ਵੀ ਤੁਹਾਡੇ ਦਰ ਦਾ ਮਹਿਮਾਨ ਹਾਂ, ਮੈਨੂੰ ਵੀ ਕੁਝ ਖਾਣ ਲਈ ਚਾਹੀਦਾ। ਉਹ ਕੀ ਹੈ? ਤੋਸਾ ਦਿਚੈ ਸਚ ਨਾਮ, ਮੈਨੂੰ ਸੱਚੇ ਨਾਮ ਦਾ ਤੋਸਾ ਬਖਸ਼ਿਸ਼ ਕਰ ਦਿਓ। ਜਿਹੜਾ ਤੋਸਾ ਹੈ ਉਹ ਇੱਕ ਐਸਾ ਸਨਿਗਧ ਪਦਾਰਥ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਪੈਦਲ ਸਫ਼ਰ ਕਰਦੇ ਸਨ। ਦੇਸੀ ਘਿਓ, ਮੈਦਾ ਤੇ ਖੰਡ ਇੱਕੋ ਜਿਹੀ ਪਾ ਕੇ, ਤੇ ਫਿਰ ਉਹ ਇੱਕ ਐਸਾ ਉਹ ਪਦਾਰਥ ਤਿਆਰ ਕਰਦੇ ਸਨ, ਤੇ ਉਹਨੂੰ ਤੋਸਾ ਆਖਿਆ ਜਾਂਦਾ ਸੀ। ਜਿਵੇਂ ਫਰਜ਼ ਕਰੋ ਆਪਾਂ ਹੁਣ ਕੜਾਹ ਪ੍ਰਸ਼ਾਦ ਬਣਾਉਣੇ ਆ, ਜਾਂ ਕੋਈ ਖੋਆ ਜਾਂ ਪੰਜੀਰੀ ਤਿਆਰ ਕੀਤੀ ਜਾਂਦੀ ਹੈ, ਤੇ ਉਹ ਜਿਹੜਾ ਘਿਓ ਖੰਡ ਮੈਦੇ ਤੋਂ ਤਿਆਰ ਹੋਇਆ ਇੱਕ ਪਦਾਰਥ ਸੀ, ਤੇ ਜਿਹਨੂੰ ਆਮ ਜਿਹੜੇ ਮੁਸਾਫਰ ਉਹ ਨਾਲ ਰੱਖਦੇ ਸਨ। ਕਿਉਂ? ਉਹ ਇੱਕ ਬੜੀ ਪੌਸ਼ਟਿਕ ਤੇ ਤਾਕਤਵਰ ਖੁਰਾਕ ਹੁੰਦੀ ਸੀ। ਉਹਨੂੰ ਛਕਣ ਦੇ ਨਾਲ ਸਰੀਰ ਨੂੰ ਬਲ ਵੀ ਮਿਲਦਾ ਸੀ ਤੇ ਭੁੱਖ ਪਿਆਸ ਵੀ ਨਹੀਂ ਸੀ ਲੱਗਦੀ। ਇਸ ਲਈ ਸਫ਼ਰ ਕਰਨ ਵਾਸਤੇ ਉਹ ਤੋਸੇ ਦੀ ਲੋੜ ਪੈਂਦੀ ਹੈ। ਤੇ ਖਾਸ ਕਰਕੇ ਸਾਡਾ ਇੱਕ ਇਹ ਵੀ ਰਿਵਾਜ ਸੀ, ਜਦੋਂ ਕੋਈ ਪ੍ਰਾਹੁਣਾ ਸਾਡੇ ਘਰ ਆਉਂਦਾ ਸੀ, ਤੋਸਾ ਦਿਚੈ ਸਚ ਨਾਮ, ਤੇ ਉਹਨੂੰ ਘਰ ਦੇ ਵਿੱਚ ਚੂਰੀ ਕੁੱਟ ਕੇ ਖਵਾਈ ਜਾਂਦੀ ਸੀ। ਚੂਰੀ ਨੂੰ ਵੀ ਤੋਸਾ ਕਈ ਵਿਦਵਾਨਾਂ ਨੇ ਲਿਖਿਆ। ਤੋਸਾ ਦਿਚੈ ਸਚ ਨਾਮ ਨਾਨਕ ਮਹਿਮਾਣੀ, ਮਹਾਰਾਜ ਅਸੀਂ ਵੀ ਤੁਹਾਡੇ ਘਰ ਦੇ, ਤੁਹਾਡੇ ਦਰ ਦੇ ਮਹਿਮਾਨ ਹਾਂ, ਤੇ ਕਿਰਪਾ ਕਰੋ ਸਾਨੂੰ ਇਹ ਨਾਮ ਦਾ ਤੋਸਾ ਦੇ ਦਿਓ। ਇਹ ਜਿਹੜਾ ਨਾਮ ਦਾ ਅੰਮ੍ਰਿਤ ਰੂਪ ਭੋਜਨ ਹੈ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਹਜ਼ੂਰ ਕਹਿੰਦੇ ਨੇ ਵੀ ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਘਰ ਦੇ ਮਹਿਮਾਨ ਹਾਂ, ਪ੍ਰਾਹੁਣੇ ਹਾਂ, ਤੇ ਸਾਨੂੰ ਇਹ ਨਾਮ ਦਾ ਤੋਸਾ ਦੇ ਦਿਓ। ਸ਼ਲੋਕ ਮਹਲਾ ਪੰਜਵਾਂ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨ ਉਤਰੈ ਭੁਖ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਅਸਾਂ ਦੇਖਿਆ ਹੈ ਜਿਹੜੇ ਮਾਇਆਧਾਰੀ ਲੋਕ ਨੇ ਉਹਨਾਂ ਦੇ ਕੋਲੇ ਬੜਾ ਸੁੱਖ ਹੁੰਦਾ ਹੈ, ਤੇ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਕੋਲੇ ਬਹੁਤੇ ਦੁੱਖ ਹੁੰਦੇ ਨੇ। ਇਹਦਾ ਕੀ ਕਾਰਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਤੁਹਾਡੇ ਮਨ ਦਾ ਹੀ ਭੁਲੇਖਾ ਹੈ। ਯਾਦ ਰੱਖੋ, ਮਾਇਆਧਾਰੀਆਂ ਦੀ ਹਾਲਤ ਕੀ ਹੁੰਦੀ ਹੈ। ਸਤਿਗੁਰੂ ਉਹ ਬਿਆਨ ਕਰਦੇ ਹਨ, ਅੰਤਰ ਚਿੰਤਾ ਨੈਣੀ ਸੁਖੀ। ਮਾਇਆਧਾਰੀ ਨੈਣੀ ਸੁਖੀ, ਅੱਖਾਂ ਦੇ ਨਾਲ ਦੇਖਣ ਵਾਸਤੇ ਤਾਂ ਸੁਖੀ ਜ਼ਰੂਰ ਪ੍ਰਤੀਤ ਹੁੰਦੇ ਨੇ, ਪਰ ਉਹਨਾਂ ਦੇ ਅੰਦਰ ਚਿੰਤਾ ਦਾ ਰੋਗ ਹੁੰਦਾ ਹੈ। ਉਹ ਤਾਂ ਵਿਚਾਰੇ ਰਾਤ ਨੂੰ ਸੌਂ ਵੀ ਨਹੀਂ ਸਕਦੇ। ਕੋਈ ਦਵਾਈਆਂ ਲੈਂਦੇ ਨੇ, ਕੋਈ ਇੰਜੈਕਸ਼ਨ ਲਾਉਂਦੇ ਨੇ, ਤਾਂ ਵੀ ਨੀਂਦ ਨਹੀਂ ਆਉਂਦੀ। ਇਹ ਮਾਇਆ ਦੇ ਸਾਰੇ ਪੁਆੜੇ ਨੇ ਨਾ।
ਗਰੀਬ ਆਦਮੀ ਸੁੱਖ ਦੀ ਨੀਂਦਰ ਸੌਂ ਤੇ ਲੈਂਦਾ ਹੈ। ਹਜ਼ੂਰ ਕਹਿੰਦੇ ਨੇ ਮਾਇਆ ਧਾਰੀ ਦੀ ਇਹ ਮਾਨਸਿਕ ਅਵਸਥਾ ਇਹ ਹੁੰਦੀ ਹੈ ਅੰਤਰ ਚਿੰਤਾ, ਉਹਦੇ ਅੰਦਰ ਚਿੰਤਾ ਹੁੰਦੀ ਹੈ। ਚਿੰਤਾ ਨੂੰ ਸਿਆਣਿਆਂ ਨੇ ਚਿਖਾ ਦੇ ਸਮਾਨ ਲਿਖਿਆ, ਚਿੰਤਾ ਚਿਖਾ ਬਰਾਬਰੇ। ਇਹ ਜਿਹੜੀ ਚਿੰਤਾ ਹੈ ਚਿਖਾ ਦੇ ਬਰਾਬਰ ਹੈ, ਪਰ ਕਹਿੰਦੇ ਨੇ ਚਿਖਾ ਤੇ ਇੱਕ ਦਿਨ ਹੀ ਸਾੜਦੀ ਹੈ, ਪਰ ਚਿੰਤਾ ਰੋਜ਼ ਰੋਜ਼ ਸਾਨੂੰ ਸਾੜਦੀ ਰਹਿੰਦੀ ਹੈ। ਮਾਇਆ ਧਾਰੀਆਂ ਨੂੰ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਉਹਨਾਂ ਨੂੰ ਚਿੰਤਾ ਦਾ ਰੋਗ ਹੁੰਦਾ ਹੈ। ਚਿੰਤਾ ਇੱਕ ਮਾਨਸਿਕ ਰੋਗ ਹੈ। ਹਜ਼ੂਰ ਕਹਿੰਦੇ ਨੇ ਮਾਇਆ ਧਾਰੀ ਅੰਤਰ ਚਿੰਤਾ, ਉਹ ਅੰਦਰ ਚਿੰਤਾ ਰੋਗ ਦਾ ਸ਼ਿਕਾਰ ਹੁੰਦਾ ਹੈ, ਬਿਮਾਰ ਹੁੰਦਾ ਹੈ, ਮਾਨਸਿਕ ਰੋਗੀ ਹੁੰਦਾ ਹੈ। ਨੈਣੀ ਸੁਖੀ, ਉਹ ਅੱਖਾਂ ਦੇ ਨਾਲ ਦੇਖਣ ਮਾਤਰ ਸੁਖੀ ਪ੍ਰਤੀਤ ਹੁੰਦਾ ਹੈ। ਸਾਡੀਆਂ ਅੱਖਾਂ ਭੁਲੇਖਾ ਖਾ ਜਾਂਦੀਆਂ ਨੇ ਵੀ ਸ਼ਾਇਦ ਮਾਇਆ ਧਾਰੀ ਬਹੁਤੇ ਸੁਖੀ ਨੇ, ਪਰ ਸਤਿਗੁਰੂ ਕਹਿੰਦੇ ਨੇ ਉਹ ਤੇ ਚਿੰਤਾ ਦੀ ਚਿਖਾ ਤੇ ਬੈਠੇ ਰਹਿੰਦੇ ਨੇ, ਉਹਨਾਂ ਨੂੰ ਤੇ ਰਾਤਰੀ ਨੀਂਦ ਵੀ ਨਹੀਂ ਆਉਂਦੀ। ਮੂਲ ਨਾ ਉਤਰੈ ਭੁੱਖ, ਤੇ ਫਿਰ ਮੂਲੋਂ ਉਹਨਾਂ ਦੇ ਮਨ ਦੀ ਭੁੱਖ ਉਤਰਦੀ ਨਹੀਂ ਹੈ। ਸਹਿਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਇਹ ਮਾਇਆ ਧਾਰੀਆਂ ਦੇ ਮਨ ਦੀ ਭੁੱਖ ਦੀ ਗੱਲ ਹੈ। ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਜੇ ਸਾਰੀਆਂ ਪੁਰੀਆਂ ਦੇ ਭਾਰ ਬੰਨ ਕੇ ਵੀ ਉਹਨਾਂ ਦੇ ਅੱਗੇ ਰੱਖ ਦਿਓ ਤਾਂ ਵੀ ਉਹਨਾਂ ਦਾ ਮਨ ਨਹੀਂ ਰੱਜਦਾ। ਮੂਲ ਨਾ ਉਤਰੈ ਭੁੱਖ। ਮਾਇਆ ਧਾਰੀ ਦੇਖਣ ਵਾਸਤੇ ਸੁਖੀ ਜ਼ਰੂਰ ਲੱਗਦੇ ਨੇ, ਪਰ ਅੰਦਰੋਂ ਚਿੰਤਾ ਦੀ ਚਿਖਾ ਤੇ ਪਏ ਸੜਦੇ ਨੇ। ਉਹਨਾਂ ਦੇ ਮਨ ਦੀ ਜਿਹੜੀ ਭੁੱਖ ਹੈ, ਆਸਾ ਤ੍ਰਿਸ਼ਨਾ ਦੀ ਭੁੱਖ, ਉਹ ਕਦੇ ਵੀ ਉਤਰਦੀ ਨਹੀਂ ਹੈ। ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੋ ਦੁਖ। ਲੋ ਹਜ਼ੂਰ ਕਹਿੰਦੇ ਨੇ ਭਾਈ ਅਸਲੀ ਵਾਸਤਵ ਸਿਧਾਂਤ ਦੀ ਗੱਲ ਇਹ ਹੈ, ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਤੋਂ ਬਿਨਾਂ ਕਿਸੇ ਦਾ ਦੁੱਖ ਨਹੀਂ ਲੈਂਦਾ। ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਹੀ ਦੁੱਖ ਦੂਰ ਹੁੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸਤਿਗੁਰੂ ਦੇ ਬਚਨ ਹੈ, ਜਪ ਮਨ ਸਤਨਾਮ ਸਦਾ ਸਤਨਾਮ। ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਵਾਹਿਗੁਰੂ ਦਾ ਨਾਮ ਹੀ ਹੈ ਜੋ ਸਾਰੇ ਦੁੱਖਾਂ ਨੂੰ ਦੂਰ ਕਰ ਸਕਦਾ ਹੈ। ਨਹੀਂ ਤੇ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਦਾ ਦੁੱਖ ਨਹੀਂ ਦੂਰ ਹੋਇਆ। ਇੱਕ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਕਰੇ ਨਗਰ ਵਿੱਚ ਗਏ। ਉੱਥੇ ਇੱਕ ਬਹੁਤ ਵੱਡਾ ਧਨਾੜ ਆਦਮੀ ਰਹਿੰਦਾ ਸੀ, ਜਿਹੜਾ ਬਹੁਤ ਸਾਰਾ ਕਾਰੋਬਾਰ ਵੀ ਸੀ। ਕੋਠੀਆਂ, ਬੰਗਲੇ, ਜ਼ਮੀਨ ਜਾਇਦਾਦ ਦਾ ਕੋਈ ਅੰਤ ਨਹੀਂ ਸੀ। ਮਾਇਆ ਵੀ ਧਰ ਧਰ ਕੇ ਭੁੱਲਦਾ ਸੀ। ਬੇਅੰਤ ਨੌਕਰ ਚਾਕਰ ਅੱਗੇ ਪਿੱਛੇ ਕੰਮ ਕਰਦੇ ਸਨ। ਤੇ ਉਹਨੂੰ ਵੇਖ ਕੇ ਭਾਈ ਮਰਦਾਨਾ ਸਤਿਗੁਰੂ ਨੂੰ ਕਹਿਣ ਲੱਗਾ, ਮਹਾਰਾਜ ਇੱਥੇ ਆ ਕੇ ਤੁਹਾਡੀ ਬਾਣੀ ਝੂਠੀ ਹੋ ਗਈ ਲੱਗਦੀ ਹੈ। ਸਤਿਗੁਰੂ ਕਹਿਣ ਲੱਗੇ, ਕਿਵੇਂ ਹੋ ਸਕਦਾ? ਇਹ ਧੁਰ ਕੀ ਬਾਣੀ ਹੈ, ਇਹ ਉਸ ਨਿਰੰਕਾਰ ਦੀ ਬਾਣੀ ਹੈ, ਇਹ ਝੂਠੀ ਨਹੀਂ ਹੋ ਸਕਦੀ। ਕਹਿੰਦਾ ਮਹਾਰਾਜ ਤੁਸੀਂ ਇਹ ਗੱਲ ਆਖੀ ਹੈ ਵੀ ਨਾਮ ਤੋਂ ਬਿਨਾਂ ਦੁੱਖ ਨਹੀਂ ਦੂਰ ਹੁੰਦਾ, ਪਰ ਉਹ ਸਾਹਮਣੇ ਸ਼ਾਹੂਕਾਰ ਬੈਠਾ ਹੈ, ਉਹਦੇ ਕੋਲੇ ਨਾਮ ਜਪਣ ਦਾ ਸਮਾਂ ਹੀ ਨਹੀਂ। ਦਿਨ ਰਾਤ ਮਾਇਆ ਦੀਆਂ ਗਟੀਆਂ ਗਿਣਦਾ ਰਹਿੰਦਾ ਤੇ ਉਹਨੂੰ ਇੰਨਾ ਸੁੱਖ ਰੱਬ ਨੇ ਦੇ ਦਿੱਤਾ ਹੈ ਤੇ ਉਹ ਮਾਇਆ ਧਰ ਧਰ ਕੇ ਭੁੱਲਦਾ। ਬੇਅੰਤ ਨੌਕਰ ਚਾਕਰ ਅੱਗੇ ਪਿੱਛੇ ਤੁਰੇ ਫਿਰਦੇ ਨੇ। ਸਤਿਗੁਰੂ ਕਹਿਣ ਲੱਗੇ, ਤੂੰ ਉਹਨੂੰ ਉੱਪਰੋਂ ਵੀ ਵੇਖ ਰਿਹਾ ਹੈ, ਅੰਦਰੋਂ ਵੀ ਜਾ ਕੇ ਵੇਖ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰਿਆ ਭੁੱਖ। ਭਾਈ ਮਰਦਾਨਾ ਕਹਿਣ ਲੱਗਾ, ਇੰਨਾ ਸੁੱਖ ਰੱਬ ਨੇ ਇਹਨੂੰ ਦਿੱਤਾ, ਇਹਨੂੰ ਦੁੱਖ ਕਿੱਥੇ ਹੋਣਾ ਕੋਈ ਯਾਦ? ਕਹਿੰਦੇ ਪੁੱਛ ਕੇ ਤਾਂ ਵੇਖ। ਜਦੋਂ ਭਾਈ ਮਰਦਾਨੇ ਨੇ ਜਾ ਕੇ ਪੁੱਛਿਆ, ਉਹਦੀਆਂ ਭੁੱਬਾਂ ਨਿਕਲ ਗਈਆਂ, ਤਾਹਾਂ ਮਾਰਨ ਲੱਗ ਪਿਆ। ਕਹਿਣ ਲੱਗਾ, ਜਿੰਨਾ ਮੈਂ ਦੁਖੀ ਹਾਂ ਦੁਨੀਆ ਦੇ ਵਿੱਚ ਹੋਰ ਕੋਈ ਦੁਖੀ ਹੋ ਹੀ ਨਹੀਂ ਸਕਦਾ। ਇਹ ਮਾਇਆ ਧਾਰੀਆਂ ਦੀ ਗੱਲ ਹੈ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਗ੍ਰਹਿਣ ਕੀਤੀ ਤੇ ਫਿਰ ਇਹਨੂੰ ਅਸਲੀ ਜੀਵਨ ਦਾ ਆਨੰਦ ਪ੍ਰਾਪਤ ਹੋਇਆ। ਨਾਨਕ ਲੱਦਾ ਤਿੰਨ ਸੁਆਓ, ਜਿਨ੍ਹਾਂ ਸਤਿਗੁਰ ਭੇਟਿਆ। ਗੁਰੂ ਦੇ ਚਰਨਾਂ ਦੇ ਵਿੱਚ ਹੀ ਆ ਕੇ ਅਸਲੀ ਸੁੱਖ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ, ਸੱਚੇ ਨਾਮ ਤੋਂ ਬਿਨਾਂ ਕਿਸੇ ਦਾ ਦੁੱਖ ਦੂਰ ਨਹੀਂ ਹੋ ਸਕਿਆ। ਮਹੱਲਾ ਪੰਜਵਾਂ। ਮੁਠੜੇ ਸੇ ਸਾਥ ਜਿਨੀ ਸੱਚ ਨ ਲੱਦਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਲੋ ਗੁਰਮੁਖੋ,
ਅਸੀਂ ਇਸ ਸੰਸਾਰ ਦੇ ਵਿੱਚ ਵਪਾਰੀ ਬਣ ਕੇ ਆਏ ਹਾਂ। ਹਜ਼ੂਰ ਦੇ ਬਚਨ ਹੈ, ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ, ਤੈਸੀ ਵਸਤ ਵਸਾਹੀਐ ਜੈਸੀ ਨਿਵਹਿ ਨਾਲ। ਮੁਛੜੇ ਸੇਈ ਸਾਥ ਜਿਨੀ ਸੱਚ ਨਾ ਲਦਿਆ। ਜਿਨ੍ਹਾਂ ਵਪਾਰੀਆਂ ਨੇ ਇਸ ਸੰਸਾਰ ਦੇ ਵਿੱਚ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਦੇ ਵਖਰ ਨੂੰ ਨਹੀਂ ਲਦਿਆ, ਤੇ ਫਿਰ ਕੀ ਹੁੰਦਾ? ਮੁਠੜੇ ਸੇਈ ਸਾਥ। ਸਾਥ ਦਾ ਅਰਥ ਹੈ ਬੇੜੀ ਦੇ ਪੂਰ ਨੂੰ ਸਾਥ ਕਹਿੰਦੇ ਨੇ। ਇਹਦਾ ਮਤਲਬ ਹੈ ਉਹ ਪੂਰਾਂ ਦੇ ਪੂਰ ਲੁੱਟੇ ਗਏ ਨੇ। ਜਿਨ੍ਹਾਂ ਨੇ ਸੱਚੇ ਨਾਮ ਨੂੰ ਨਹੀਂ ਨਾ ਲਦਿਆ ਤੇ ਫਿਰ ਉਹ ਪੂਰਾਂ ਦੇ ਪੂਰ ਲੁੱਟੇ ਗਏ ਨੇ। ਇੱਕ ਥਾਂ ਤੇ ਸਤਿਗੁਰੂ ਦੇ ਬੜੇ ਅਮੋਲਕ ਬਚਨ ਹਨ, ਕਰਮ ਧਰਮ ਪਾਖੰਡ ਜੋ ਦੀਸੈ ਹੈ, ਤਿਨ ਜਮਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨੈਮਕ ਸਿਮਰਤ ਜਤ ਛੂਟੈ। ਅੱਜ ਜਿੰਨੇ ਵੀ ਦਿਖਾਵੇ ਦੇ ਲੋਕੀ ਧਰਮ ਕਰਮ ਪੁੰਨ ਦਾਨ ਪੂਜਾ ਪਾਠ ਤੀਰਥ ਇਸ਼ਨਾਨ ਵਰਤ ਆਦਿਕ ਰੱਖਦੇ ਹਨ, ਇਹਨਾਂ ਨੂੰ ਤੇ ਜਮ ਜਗਾਤੀ ਰਸੇ ਵਿੱਚ ਹੀ ਲੁੱਟ ਲੈਂਦੇ ਨੇ। ਮੁਠੜੇ ਸੇਈ ਸਾਥ। ਤੇ ਜਿਨ੍ਹਾਂ ਕੋਲੇ ਸੱਚਾ ਨਾਮ ਹੁੰਦਾ ਹੈ, ਤੇ ਸੱਚਾ ਨਾਮ ਇਹ ਸ਼ਾਹੀ ਮਾਲ ਹੈ, ਇਹ ਸ਼ਾਹੀ ਖਜ਼ਾਨਾ ਹੈ। ਜਿਵੇਂ ਆਮ ਕੋਈ ਵਪਾਰੀ ਕੋਈ ਕੰਮ ਕਰੇ ਤੇ ਉਹਨੂੰ ਸਰਕਾਰ ਦਾ ਟੈਕਸ ਦੇਣਾ ਪੈਂਦਾ ਹੈ, ਤੇ ਜਿਹੜਾ ਸਰਕਾਰ ਦਾ ਆਪਣਾ ਖਜ਼ਾਨਾ ਹੋਵੇ ਉਹਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਹੋਰ ਧਰਮ ਕਰਮ ਨੇ, ਤੀਰਥ ਵਰਤ ਇਸ਼ਨਾਨ ਆਦਿਕ ਸਾਧਨ ਨੇ, ਬਈ ਉਹ ਤੇ ਇਸ ਤਰ੍ਹਾਂ ਨੇ ਜਿਵੇਂ ਕੋਈ ਵਪਾਰੀ ਦਾ ਆਪਣਾ ਮਾਲ ਹੋਵੇ, ਉਹਦੇ ਉੱਤੇ ਜਮਾਂ ਦੀ ਜਗਾਤ ਲੱਗਦੀ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਨ ਜਮਜਾ ਗਾਤੀ ਲੁੱਟੈ। ਤੇ ਜਿਹੜਾ ਵਾਹਿਗੁਰੂ ਦਾ ਨਾਮ ਇਹ ਸਰਕਾਰੀ ਖਜ਼ਾਨਾ ਹੈ, ਉਹਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਗੁਰਮੁਖੋ ਮੁਠੜੇ ਸੇਈ ਸਾਥ ਜਿਨੀ ਸੱਚ ਨਾ ਲਦਿਆ। ਜਿਨ੍ਹਾਂ ਨੇ ਸੱਚੇ ਨਾਮ ਦਾ ਵਖਰ ਨਹੀਂ ਲਦਿਆ, ਬਈ ਉਹ ਤੇ ਰਸਤੇ ਦੇ ਵਿੱਚ ਪੂਰਾਂ ਦੇ ਪੂਰ ਲੁੱਟੇ ਜਾਂਦੇ ਹਨ। ਜਮ ਜਗਾਤੀ ਉਹਨਾਂ ਦੇ ਕੋਲੋਂ ਪੁੰਨ ਦਾਨ ਧਰਮ ਕਰਮ ਰਸਤੇ ਦੇ ਵਿੱਚ ਹੀ ਲੁੱਟ ਕੇ ਲੈ ਜਾਂਦੇ ਹਨ। ਇਹ ਤੇ ਇਸ ਤਰ੍ਹਾਂ ਦੀ ਗੱਲ ਹੀ ਹੈ, ਜਿਵੇਂ ਕੋਈ ਵਪਾਰੀ ਕੋਈ ਦੋ ਕਿਸਮ ਦਾ ਕੋਈ ਧੰਦਾ ਕਰਦਾ ਹੋਵੇ, ਤੇ ਫਿਰ ਉਹ ਰਸਤੇ ਵਿੱਚ ਕਿਧਰੇ ਫਸ ਜਾਂਦਾ ਹੈ ਨਾ, ਤੇ ਫਿਰ ਪੁਲਿਸ ਵਾਲੇ ਸਾਰਾ ਕੁਝ ਖੋਹ ਲੈਂਦੇ ਹੈ। ਇਹ ਗੱਲ ਹੁੰਦੀ ਹੈ। ਜਿਹੜਾ ਸੱਚਾ ਨਾਮ ਹੈ ਉਹ ਅਸਲੀ ਸਰਕਾਰੀ ਧਨ ਹੈ, ਉਹ ਵਾਈਟ ਮਨੀ ਵਾਂਗ ਹੈ, ਉਹਨੂੰ ਕੋਈ ਖਤਰਾ ਨਹੀਂ। ਤੇ ਜਿਹੜੀ ਬਲੈਕ ਮਨੀ ਹੁੰਦੀ, ਕਾਲਾ ਧਨ ਹੁੰਦਾ, ਉਹਦੀ ਫਿਰ ਚਿੰਤਾ ਹੁੰਦੀ ਹੈ। ਲੋ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦਾ ਨਾਮ ਇਹ ਸੱਚਾ ਧਨ ਹੈ। ਜਿਹਨੇ ਸੱਚੇ ਨਾਮ ਧਨ ਨਹੀਂ ਲਦਿਆ ਤੇ ਉਹ ਬਈ ਪੂਰਾਂ ਦੇ ਪੂਰ ਰਸਤੇ ਵਿੱਚ ਲੁੱਟੇ ਗਏ ਨੇ। ਅਥਵਾ ਇਹ ਵੀ ਅਰਥ ਕੁਛ ਵਿਦਵਾਨਾਂ ਨੇ ਕੀਤਾ ਹੈ, ਮੁਠੜੇ ਸੇਈ ਸਾਥ। ਵੀ ਇੱਥੇ ਵੀ ਕੁਝ ਠੱਗ ਨੇ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ। ਜਿਨ੍ਹਾਂ ਨੇ ਸੱਚੇ ਨਾਮ ਨੂੰ ਨਹੀਂ ਨਾ ਲਦਿਆ, ਤੇ ਜਿਹੜੇ ਉਹਨਾਂ ਦੇ ਪਾਸ ਜਿਹੜਾ ਉਹਨਾਂ ਦੇ ਪਾਸ ਸ਼ੁਭ ਗੁਣਾਂ ਦਾ ਸਰਮਾਇਆ ਹੈ, ਤੇ ਉਹ ਇਹ ਜਿਹੜੇ ਪੰਜ ਠੱਗ ਨੇ, ਰਾਜ ਮਾਲ ਰੂਪ ਜਾਤ, ਇਹ ਉਹਨਾਂ ਦਾ ਲੁੱਟ ਲੈਂਦੇ ਹਨ। ਨਾਨਕ ਸੇ ਸ਼ਾਬਾਸ਼ ਜਿਨੀ ਗੁਰ ਮਿਲ ਇੱਕ ਪਛਾਣਿਆ। ਲੋ ਹਜ਼ੂਰ ਕਹਿੰਦੇ, ਭਾਈ ਉਹਨਾਂ ਨੂੰ ਸ਼ਾਬਾਸ਼ ਹੈ, ਉਹ ਵਧਾਈ ਦੇ ਪਾਤਰ ਨੇ, ਉਹ ਧੰਤਾ ਯੋਗ ਨੇ, ਜਿਨੀ ਗੁਰਮਲ ਇੱਕ ਪਛਾਣਿਆ। ਜਿਨ੍ਹਾਂ ਨੇ ਗੁਰੂ ਨਾਲ ਮਿਲ ਕੇ, ਗੁਰੂ ਨੂੰ ਮਿਲ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ ਹੈ। ਜਿਨ੍ਹਾਂ ਨੇ ਗੁਰੂ ਦੇ ਨਾਲ ਮਿਲ ਕੇ ਇੱਕ ਓੰਕਾਰ ਨੂੰ ਪਛਾਣ ਲਿਆ ਹੈ, ਬਈ ਉਹਨਾਂ ਗੁਰਮੁਖਾਂ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ ਔਰ ਉਹਨਾਂ ਨੂੰ ਵਧਾਈ ਦਿੱਤੀ ਜਾਂਦੀ ਹੈ। ਪਾਉੜੀ ਜਿੱਥੈ ਬੈਸਣ ਸਾਧ ਜਨ, ਸੋ ਥਾਨ ਸੁਹੰਦਾ। ਲਓ ਹੁਣ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਭ ਤੋਂ ਚੰਗਾ ਅਸਥਾਨ ਕਿਹੜਾ ਹੈ? ਪਹਿਲਾਂ ਆਖਿਆ ਸਭ ਤੋਂ ਦਿਨ ਕਿਹੜਾ ਚੰਗਾ ਹੈ, ਰੁੱਤ ਕਿਹੜੀ ਚੰਗੀ ਹੈ, ਪਰ ਹੁਣ ਇੱਥੇ ਕਹਿੰਦੇ ਨੇ ਵੀ ਉਹ ਥਾਂ ਕਿਹੜਾ ਚੰਗਾ ਹੈ। ਲਓ ਹੁਣ ਕੋਈ ਕਹਿੰਦਾ ਬਈ ਫਲਾਨਾ ਥਾਂ ਬਹੁਤ ਸੋਹਣਾ ਹੈ, ਕੋਈ ਕਹਿੰਦਾ ਤਾਜ ਮਹਿਲ ਚੰਗਾ, ਕੋਈ ਕਹਿੰਦਾ ਵਿਕਟੋਰੀਆ ਬਹੁਤ ਚੰਗਾ ਹੈ, ਕੋਈ ਕਿਸੇ ਥਾਂ ਦਾ ਨਾਂ ਲੈਂਦਾ, ਕੋਈ ਕਿਸੇ ਥਾਂ ਦਾ ਨਾਂ ਲੈਂਦਾ। ਪਰ ਸਤਿਗੁਰੂ ਕਹਿੰਦੇ ਨੇ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਜਿੱਥੇ ਵਾਹਿਗੁਰੂ ਦੇ ਪਿਆਰੇ ਬੈਠ ਜਾਂਦੇ ਨੇ,
ਜਿੱਥੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਬੈਠ ਕੇ ਵਾਹਿਗੁਰੂ ਦਾ ਨਾਮ ਜਪਦੇ ਨੇ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਜਿੱਥੇ ਰੱਬ ਦੇ ਪਿਆਰੇ ਬੈਠ ਜਾਂਦੇ ਨੇ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ ਸੋਆ, ਉਹੀ ਥਾਨ ਸੁਹਾਵਨਾ ਬਣ ਜਾਂਦਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਅਥਵਾ ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦਿਖਿਆ ਜਾਏ। ਇਸ ਲਈ ਜਿੱਥੇ ਰੱਬ ਦੇ ਪਿਆਰੇ ਆ ਕੇ ਬੈਠਦੇ ਨੇ, ਜਿੱਥੇ ਗੁਰੂ ਮਹਾਰਾਜ ਦੇ ਚਰਨ ਪੈ ਜਾਂਦੇ ਨੇ, ਉਹ ਸਥਾਨ ਸੁਹਾਵਣਾ ਬਣ ਜਾਂਦਾ ਹੈ। ਓਏ ਸੇਵਨ ਸਮਰਥ ਆਪਣਾ, ਬਿਨਸੈ ਸਭ ਮੰਦਾ। ਲੋ ਹਜ਼ੂਰ ਕਹਿੰਦੇ ਨੇ ਉਹ ਰੱਬ ਦੇ ਪਿਆਰੇ ਉੱਥੇ ਬੈਠ ਕੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਨੇ। ਸੇਵਾ ਤੋਂ ਮੁਰਾਦ ਹੈ ਸਿਮਰਨ ਦੀ। ਹਰ ਸੇਵਾ ਮੈਂ ਪਰਮ ਨਿਦਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਵਾਹਿਗੁਰੂ ਦਾ ਨਾਮ ਜਪਣਾ ਹੀ ਉਹਦੀ ਸੇਵਾ ਹੈ। ਹਜ਼ੂਰ ਕਹਿੰਦੇ ਨੇ ਉਹ ਸੇਵਨ ਸਮਰਿਥ ਆਪਣਾ, ਉਹ ਸਰਵ ਸ਼ਕਤੀਮਾਨ। ਸਮਰਥ ਦਾ ਅਰਥ ਹੈ ਸਰਵ ਸ਼ਕਤੀਮਾਨ। ਉਹ ਆਪਣੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰਦੇ ਹਨ, ਬਿਨ ਸਹਿਸਾ ਮੰਦਾ। ਤੇ ਜਿੱਥੇ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਬਿਨ ਸਹਿਸਾ ਮੰਦਾ, ਉਥੋਂ ਦਾ ਜਿਹੜਾ ਮੰਦਾ ਦਾ ਅਰਥ ਹੈ ਵੀ ਬੁਰਾ ਪ੍ਰਭਾਵ ਹੈ, ਉਹ ਸਾਰਾ ਹੀ ਖਤਮ ਹੋ ਜਾਂਦਾ ਹੈ। ਮਹਾਂਪੁਰਖ ਜਿਹੜੇ ਪਰਮੇਸ਼ਰ ਦੇ ਪਿਆਰੇ ਜਿੱਥੇ ਵੀ ਜਾ ਕੇ ਬੈਠਦੇ ਨੇ, ਉੱਥੇ ਜੰਗਲਾਂ ਵਿੱਚ ਮੰਗਣ ਲੱਗ ਜਾਂਦੇ ਨੇ। ਇੱਥੋਂ ਤੱਕ ਆ ਜਿਹੜੀਆਂ ਗੁਪਤ ਰੂਹਾਂ ਨੇ, ਭੂਤ ਪ੍ਰੇਤ ਆਦਿਕ, ਇਹ ਵੀ ਦੌੜ ਜਾਂਦੇ ਨੇ। ਉੱਥੇ ਸਭ ਕੁਝ ਜਿਹੜਾ ਮੰਦਾ ਹੈ ਨਾ, ਬੁਰਾ ਪ੍ਰਭਾਵ ਹੈ, ਉਹ ਸਾਰਾ ਹੀ ਖਤਮ ਹੋ ਜਾਂਦਾ ਹੈ। ਪਤਤ ਉਦਾਹਰਨ ਪਾਰ ਬ੍ਰਹਮ, ਸੰਤ ਵੇਦ ਕਹੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਪਾਪੀਆਂ ਨੂੰ ਵੀ ਉਦਾਹਰਨ ਵਾਲਾ ਹੈ। ਜਿਹੜੇ ਵੱਡੇ ਵੱਡੇ ਪਾਪੀ ਨੇ, ਵਾਹਿਗੁਰੂ ਨੇ ਉਧਾਰੇ ਨੇ। ਕਿਵੇਂ? ਨਾਮ ਦਾ ਸਦਕਾ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ। ਗਨਕਾ ਹੂੰ ਗਤ ਪਾਈ। ਵੇਖ ਲੋ, ਨਾਮ ਨੇ ਅਜਾ ਮਲ ਤੇ ਗਨਕਾ ਵਰਗਿਆਂ ਦਾ ਵੀ ਉਧਾਰ ਕੀਤਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਗੁਰਮੁਖੋ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਹੈ। ਪਤ ਤੇ ਉਦਾਹਰਨ ਪਾਰ ਬ੍ਰਹਮ, ਉਹ ਅਕਾਲ ਪੁਰਖ ਵਾਹਿਗੁਰੂ ਪਾਪੀਆਂ ਦਾ ਵੀ ਉਧਾਰ ਕਰਨ ਵਾਲਾ ਹੈ। ਸੰਤ ਵੇਦ ਕਹੰਦਾ, ਸੰਤ ਵੀ ਇਹ ਗੱਲ ਕਹਿੰਦੇ ਨੇ, ਤੇ ਜਿਹੜਾ ਵੇਦ ਹੈ ਇਹ ਵੀ ਇਹੀ ਗੱਲ ਕਹਿੰਦਾ। ਵੇਦ ਹਿੰਦੂ ਧਰਮ ਦੇ ਸਰਵੋਤਮ ਧਰਮ ਗ੍ਰੰਥ ਮੰਨੇ ਹੋਏ ਨੇ, ਪਰ ਸਾਡੇ ਸਿੱਖਾਂ ਦਾ ਵੇਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਜਿਹੜੇ ਦੁਨੀਆ ਦੇ ਵੇਦ ਨੇ ਉਹ ਵੀ ਇਹ ਗੱਲ ਕਹਿੰਦੇ ਨੇ, ਤੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਗਿਆਨ ਹੈ, ਇਹ ਵੀ ਇਹੀ ਗੱਲ ਕਹਿੰਦਾ ਹੈ ਵੀ ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਪਾਪੀਆਂ ਨੂੰ ਉਧਾਰਨ ਵਾਲਾ ਹੈ। ਭਗਤ ਵਸ਼ਲ ਤੇਰਾ ਬਿਰਦ ਹੈ, ਜੁਗ ਜੁਗ ਵਰਤੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਹਾਡਾ ਬਿਰਦ ਭਗਤ ਵਸ਼ਲ ਹੈ। ਭਗਤ ਵਸ਼ਲ ਤੋਂ ਮੁਰਾਦ ਹੈ ਭਗਤੀ ਨਾਲ ਪਿਆਰ ਕਰਨਾ। ਜਿਹੜੇ ਗੁਰਸਿੱਖ ਮਾਈ ਭਾਈ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦੇ ਹਨ, ਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਹਰ ਲੋੜ ਨੂੰ ਪੂਰੀ ਕਰਦਾ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਹੁੰਚਾਇਆ। ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਬਿਰਦ ਹੈ, ਜੁਗ ਜੁਗ ਵਰਤੰਦਾ, ਤੇ ਜੁਗਾਂ ਜੁਗਾਂ ਵਿੱਚ ਵਰਤਦਾ ਆ ਰਿਹਾ ਹੈ। ਸਤਜੁਗ ਤੋਂ ਲੈ ਕੇ ਤ੍ਰੇਤੇ ਦੁਆਪਰ ਤੇ ਕਲਯੁਗ ਦੇ ਵਿੱਚ ਵੀ ਉਹ ਵਰਤ ਰਿਹਾ ਹੈ। ਉਹ ਵਾਹਿਗੁਰੂ ਪਰਮੇਸ਼ਰ, ਜਿਹੜੇ ਵੀ ਭਗਤ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ, ਬੰਦਗੀ ਕਰਦੇ ਹਨ, ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਆ ਕੇ ਰੱਖਿਆ ਕਰਦਾ ਹੈ।
ਉਹਨਾਂ ਦੀ ਹਿਫਾਜ਼ਤ ਕਰਦਾ ਹੈ, ਉਹਨਾਂ ਦੀ ਹਰ ਲੋੜ ਪੂਰੀ ਕਰਦਾ ਹੈ। ਕਿਉਂਕਿ ਭਗਤ ਵਸ਼ਲ ਤੇਰਾ ਬਿਰਦ, ਉਹਦਾ ਬਿਰਦ ਹੀ ਭਗਤ ਵਸ਼ਲ ਹੈ। ਭਗਤੀ ਨਾਲ ਪਿਆਰ ਕਰਨਾ, ਭਗਤਾਂ ਦੀ ਰੱਖਿਆ ਕਰਨੀ, ਇਹ ਜੁਗਾਂ ਜੁਗਾਂ ਤੋਂ ਵਾਹਿਗੁਰੂ ਦਾ ਬਿਰਦ ਵਰਤਦਾ ਆ ਰਿਹਾ ਹੈ। ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਜਾਚੈ ਏਕ ਨਾਮ। ਮੈਂ ਤੇ ਵਾਹਿਗੁਰੂ ਜੀ ਆਪ ਜੀ ਦੇ ਪਾਸੋਂ ਸਿਰਫ ਇੱਕ ਨਾਮ ਹੀ ਮੰਗਦਾ ਹਾਂ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜਦੋਂ ਮਨੁੱਖ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਨਾ, ਤੇ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਇਸ ਲਈ ਸਤਿਗੁਰੂ ਕਹਿੰਦੇ ਨੇ, ਮੰਗਣ ਮੰਗ ਤਾਂ ਇੱਕ ਹੈ ਮੰਗ। ਜੇ ਮੰਗ ਮੰਗਣੀ ਹੈ ਤੇ ਕੋਈ ਇਹੋ ਜਿਹੀ ਮੰਗ ਮੰਗ ਲਓ ਜਿਹਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਵੇ। ਨਾਨਕ ਜਾਂ ਤੇ ਪਰਹਿ ਪ੍ਰਾਕ, ਉਹ ਮੰਗ ਹੈ ਨਾਮ ਦੀ। ਨਾਨਕ ਜਾਚੈ ਏਕ ਨਾਮ। ਮਹਾਰਾਜ ਮੈਂ ਤੇ ਇੱਕ ਨਾਮ ਦੀ ਮੰਗ ਮੰਗਦਾ ਹਾਂ, ਨਾਮ ਦੀ ਯਾਚਨਾ ਕਰਦਾ ਹਾਂ। ਮੇਰੀ ਝੋਲੀ ਵਿੱਚ ਨਾਮ ਦੀ ਖੈਰ ਪਾ ਦਿਓ। ਮਨ ਤਨ ਪਾਵੰਦਾ, ਮੇਰੇ ਮਨ ਤੇ ਤਨ ਦੇ ਵਿੱਚ ਇਹ ਨਾਮ ਹੀ ਪਾਉਂਦਾ ਹੈ। ਨਾਮ ਹੀ ਚੰਗਾ ਲੱਗਦਾ ਹੈ, ਨਾਮ ਹੀ ਸੁਖਾਉਂਦਾ ਹੈ। ਇਸ ਲਈ ਤੁਸੀਂ ਨਾਮ ਦੀ ਖੈਰ ਮੇਰੀ ਝੋਲੀ ਵਿੱਚ ਪਾ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ। ਇਸ ਗੌੜੀ ਰਾਗ ਦੀ ਦੂਸਰੀ ਵਾਰ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਉਣਾ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਭਗਤ ਵਸ਼ਲ ਤੇਰਾ ਬਿਰਦ ਹੈ, ਜੁਗ ਜੁਗ ਵਰਤੰਦਾ। ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।